आलू 10 रुपए, भिंडी 30 रुपए, प्याज 15 रुपए। बड़ी त्रासदी वाली बड़ी निराशा वाली गल है जी। ਅਸੀਂ MSc PhD 5-5 6-6 ਸਾਲ ਪੜ੍ਹਾਈਆਂ ਕਰਕੇ ਤੇ ਹੁਣ ਸਾਨੂੰ ਇਹ ਹਾਲਾਤ ਸਾਡੇ ਹੋ ਗਏ ਆ ਵੀ ਅਸੀਂ ਇੱਥੇ ਬਾਹਰ ਪ੍ਰਦਰਸ਼ਨ ਕਰ ਰਹੇ ਹਾਂ, ਸਬਜ਼ੀਆਂ ਵੇਚਣ ਲਈ ਮਜਬੂਰ ਹੋ ਗਏ। ਪਿਛਲੇ 2 ਸਾਲਾਂ ਤੋਂ ਅਸੀਂ ਸਰਕਾਰ ਨੂੰ ਮੰਗ ਪੱਤਰ ਦੇ ਰਹੇ ਹਾਂ ਵੀ ਸਾਡੀਆਂ ਜਿਹੜੀ ਖੇਤੀਬਾੜੀ ਵਿਭਾਗ ਦੀਆਂ ਜਿਹੜੀ ਖਾਲੀ ਪਈਆਂ ਅਸਾਮੀਆਂ ਉਹ ਭਰੀਆਂ ਜਾਣ। ਸਰਕਾਰ ਫਸਲੀ ਵਿਭਿੰਨਤਾ ਦੀ ਗੱਲ ਕਰਦੀ ਹੈ, ਕ੍ਰੌਪ ਡਿਵਰਸੀਫਿਕੇਸ਼ਨ ਦੀ ਗੱਲ ਕਰਦੀ ਹੈ, ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਵੀ ਸੰਨ 2012 ਤੋਂ ਬਾਅਦ ਬਾਗਬਾਨੀ ਵਿਭਾਗ ਦੇ ਵਿੱਚ ਇਹ ਭਰਤੀ ਨਹੀਂ ਆਈ। 2018 ਦੇ ਵਿੱਚ ਇਹਨਾਂ ਨੇ ਕੋਈ 18 ਕੁ ਪੋਸਟਾਂ ਬੈਕਲੌਗ ਦੀਆਂ ਇਹਨਾਂ ਨੇ ਐਡਵਰਟਾਈਜ਼ ਕੀਤੀਆਂ ਸੀ, ਪਰ ਅਸਲ ਭਰਤੀ ਜਿਹੜੀ ਮੇਨ ਉਹ ਭਰਤੀ ਇਹਨਾਂ ਨੇ 2012 ਤੋਂ ਬਾਅਦ ਨਹੀਂ ਕੀਤੀ। ਅਸੀਂ ਬਤੌਰ ਖੇਤੀਬਾੜੀ ਮਾਹਰ ਕਿਸਾਨੀ ਨੂੰ ਦੀ ਮਦਦ ਕਰ ਸਕੀਏ, ਕਿਸਾਨੀ ਨੂੰ ਬਚਾ ਸਕੀਏ ਤੇ ਕਿਸਾਨ ਵੀ ਬਚ ਜੇ ਤੇ ਸਾਡੇ ਨੌਜਵਾਨ ਦੀ ਪੜ੍ਹਾਈ ਵੀ ਖੂਹ ਖਾਤਿਆਂ ਦੇ ਵਿੱਚ ਨਾ ਪਵੇ। 10 ਸਾਲ ਹੋ ਗਏ ਜੀ, 10 ਸਾਲ ਬਾਗਬਾਨੀ ਵਿਭਾਗ ਸਾਰਾ ਖਾਲੀ ਪਿਆ ਜੀ। ਖੇਤੀਬਾੜੀ ਵਿਭਾਗ, ਐਗਰੀਕਲਚਰ ਡਿਵੈਲਪਮੈਂਟ ਆਫਿਸਰ, ਹਾਰਟੀਕਲਚਰ ਡਿਵੈਲਪਮੈਂਟ ਆਫਿਸਰ, ਜਿਹੜੀ ਭੂਮੀ ਵਿਕਾਸ ਅਫਸਰ ਨੇ ਜੀ SCO, ਉਹ ਸਾਰੀਆਂ 60% ਪੋਸਟਾਂ ਖਾਲੀ ਪਈਆਂ ਜੀ। ਬਾਹਰਲੇ ਤਾਂ ਪਤਾ ਨਹੀਂ ਆਉਣਗੇ ਕਿ ਨਹੀਂ ਆਉਣਗੇ, ਪਰ ਮੈਨੂੰ ਲੱਗਦਾ ਜੇ ਇੱਥੋਂ ਵਾਲੇ ਰੁਕ ਜਾਣ ਇੱਥੇ ਤਾਂ ਚੰਗੀ ਗੱਲ ਆ, ਕਿਉਂਕਿ ਅਸੀਂ ਵੀ ਇੱਥੇ ਭੁੱਖੇ ਨਹੀਂ ਮਰਨਾ। ਸਭ ਤੋਂ ਮਹਿੰਗੀ ਯੂਨੀਵਰਸਿਟੀ ਹੈ ਇਹ, ਲੱਖਾਂ ਰੁਪਈਆ ਲਾ ਕੇ ਤੇ ਫਿਰ ਵੀ ਜੇ ਸਾਨੂੰ ਜੌਬ ਨਹੀਂ ਮਿਲਦੀ ਤੇ ਫਿਰ ਅਸੀਂ ਭੁੱਖੇ ਨਹੀਂ ਮਰਾਂਗੇ। ਅਸੀਂ ਵੀ ਆਪਦਾ ਢਿੱਡ ਭਰਨ ਨੂੰ, ਰੋਜੀ ਰੋਟੀ ਕਮਾਉਣ ਨੂੰ ਸ਼ਾਇਦ ਬਾਹਰ ਹੀ ਜਾਣਾ ਪਵੇ। ਪੰਜਾਬ ਦੇ ਵਾਸਤੇ ਬੜੀ ਹੀ ਤਰਾਸਦੀ ਦੀ ਗੱਲ ਹੈ ਕਿ ਪੰਜਾਬ ਦੀ ਖੇਤੀ ਅਤੇ ਜਵਾਨੀ, ਪੰਜਾਬ ਦੀ ਕਿਸਾਨੀ ਅਤੇ ਜਵਾਨੀ ਦੋਨੋਂ ਇਸ ਸਮੇਂ ਬਹੁਤ ਪਰੇਸ਼ਾਨ ਨੇ। ਕਿਸਾਨ ਆਪਣੀਆਂ ਫਸਲਾਂ ਨੂੰ ਲੈ ਕੇ ਪਰੇਸ਼ਾਨ ਨੇ, ਜਵਾਨੀ ਜਿਹੜੀ ਆ ਆਪਣੀਆਂ ਨੌਕਰੀਆਂ ਨੂੰ ਲੈ ਕੇ ਪਰੇਸ਼ਾਨ ਆ। ਤਾਂ ਅੱਜ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ, ਜਿੱਥੇ MSc ਐਗਰੀਕਲਚਰ ਕਰਕੇ ਬੱਚੇ ਜਿਹੜੇ ਨੇ ਅੱਜ ਇੱਥੇ ਸਬਜ਼ੀਆਂ ਵੇਚਣ ਨੂੰ ਮਜਬੂਰ ਹੋਏ ਨੇ। ਤਰਾਸਦੀ ਵਾਲੀ ਗੱਲ ਹੈ ਪੰਜਾਬ ਦੇ ਵਾਸਤੇ ਕਿ MSc ਪੜ੍ਹੇ ਬੱਚੇ ਅੱਜ ਸਬਜ਼ੀਆਂ ਵੇਚਣ ਤੇ ਮਜਬੂਰ ਹੋਏ ਨੇ, ਕਿਉਂਕਿ ਸਰਕਾਰ ਦੀਆਂ ਨਲਾਇਕੀਆਂ ਕੁਝ ਐਸੀਆਂ ਨੇ ਕਿ ਇੰਨੀਆਂ ਡਿਗਰੀਆਂ ਲੈ ਕੇ ਵੀ, ਪੜ੍ਹ ਕੇ ਵੀ, ਮਾਂ-ਬਾਪ ਦੇ ਇੰਨੇ ਪੈਸੇ ਲਗਾ ਕੇ ਵੀ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ। ਤਾਂ ਅੱਜ ਸਰਕਾਰ ਦੇ ਕੰਨ ਖੋਲ੍ਹਣ ਦੇ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੱਚੇ ਸਬਜ਼ੀਆਂ ਵੇਚ ਰਹੇ ਨੇ, ਤਾਂ ਕਿ ਸਰਕਾਰ ਨੂੰ ਕੁਝ ਸਮਝ ਆਵੇ ਤੇ ਭਰਤੀਆਂ ਜਿਹੜੀਆਂ ਰੋਕੀਆਂ ਹੋਈਆਂ ਨੇ ਉਹ ਚਾਲੂ ਕਰੇ। ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਉਹੀ ਹੈ ਜਿਸ ਨੇ ਪੂਰੇ ਭਾਰਤ ਦਾ ਜਿਹੜਾ ਢਿੱਡ ਭਰਿਆ ਸੀਗਾ ਉਸ ਸਮੇਂ ਦੇ ਵਿੱਚ, ਜਦੋਂ ਭਾਰਤ ਜਿਹੜਾ ਖਾਣ ਪੀਣ ਦੀ ਚੀਜ਼ਾਂ ਨੂੰ ਤਰਸਦਾ ਸੀਗਾ। ਤਾਂ ਉਸ ਸਮੇਂ ਇਸੇ ਯੂਨੀਵਰਸਿਟੀ ਨੇ ਆਪਣੀਆਂ ਰਿਸਰਚਾਂ ਦੇ ਨਾਲ ਬਹੁਤ ਕੁਝ ਅਜਿਹੀ ਕ੍ਰਾਂਤੀ ਲਿਆਂਦੀ ਸੀਗੀ ਜਿਸ ਦੇ ਨਾਲ ਪੂਰੇ ਦੇਸ਼ ਦਾ ਢਿੱਡ ਵੀ ਭਰਿਆ ਸੀਗਾ। ਤੇ ਅੱਜ ਉਸੇ ਹੀ ਯੂਨੀਵਰਸਿਟੀ ਦੇ ਬੱਚੇ ਖੁਦ ਆਪ ਸਬਜ਼ੀਆਂ ਵੇਚਣ ਤੇ ਮਜਬੂਰ ਹੋਏ ਨੇ। ਗੱਲਬਾਤ ਕਰਦੇ ਆ ਇੱਥੇ ਬੱਚਿਆਂ ਦੇ ਨਾਲ। ਬਾਈ ਜੀ, ਇੰਨੀ ਕੀ ਮਜਬੂਰੀ ਆ ਗਈ, ਤੁਸੀਂ MSc ਵਰਗੀਆਂ ਡਿਗਰੀਆਂ ਫੜ ਕੇ ਆਏ, ਤੁਸੀਂ ਸਬਜ਼ੀ ਵੇਚਣ ਤੇ ਮਜਬੂਰ ਹੋ ਗਏ? ਬੜੀ ਤਰਾਸਦੀ ਵਾਲੀ ਬੜੀ ਨਿਰਾਸ਼ਾ ਵਾਲੀ ਗੱਲ ਹੈ ਜੀ। ਅਸੀਂ MSc PhD 5-5 6-6 ਸਾਲ ਪੜ੍ਹਾਈਆਂ ਕਰਕੇ ਤੇ ਹੁਣ ਸਾਨੂੰ ਇਹ ਹਾਲਾਤ ਸਾਡੇ ਹੋ ਗਏ ਆ ਵੀ ਅਸੀਂ ਇੱਥੇ ਬਾਹਰ ਪ੍ਰਦਰਸ਼ਨ ਕਰ ਰਹੇ ਹਾਂ, ਸਬਜ਼ੀਆਂ ਵੇਚਣ ਲਈ ਮਜਬੂਰ ਹੋ ਰਹੇ ਹਾਂ ਜੀ। ਪਿਛਲੇ 2 ਸਾਲਾਂ ਤੋਂ ਅਸੀਂ ਸਰਕਾਰ ਨੂੰ ਮੰਗ ਪੱਤਰ ਦੇ ਰਹੇ ਹਾਂ ਵੀ ਸਾਡੀਆਂ ਜਿਹੜੀ ਖੇਤੀਬਾੜੀ ਵਿਭਾਗ ਦੀਆਂ ਜਿਹੜੀ ਖਾਲੀ ਪਈਆਂ ਅਸਾਮੀਆਂ ਉਹ ਭਰੀਆਂ ਜਾਣ ਜੀ। ਸਰਕਾਰ ਫਸਲੀ ਵਿਭਿੰਨਤਾ ਦੀ ਗੱਲ ਕਰਦੀ ਹੈ, ਕ੍ਰੌਪ ਡਿਵਰਸੀਫਿਕੇਸ਼ਨ ਦੀ ਗੱਲ ਕਰਦੀ ਆ, ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਵੀ ਸੰਨ 2012 ਤੋਂ ਬਾਅਦ ਬਾਗਬਾਨੀ ਵਿਭਾਗ ਦੇ ਵਿੱਚ ਇਹ ਭਰਤੀ ਨਹੀਂ ਆਈ। 2018 ਦੇ ਵਿੱਚ ਇਹਨਾਂ ਨੇ ਕੋਈ 18 ਕੁ ਪੋਸਟਾਂ ਬੈਕਲੌਗ ਦੀਆਂ ਇਹਨਾਂ ਨੇ ਐਡਵਰਟਾਈਜ਼ ਕੀਤੀਆਂ ਸੀ, ਪਰ ਅਸਲ ਭਰਤੀ ਜਿਹੜੀ ਮੇਨ ਉਹ ਭਰਤੀ ਇਹਨਾਂ ਨੇ 2012 ਤੋਂ ਬਾਅਦ ਨਹੀਂ ਕੀਤੀ। 10 ਸਾਲ ਹੋ ਗਏ ਜੀ, 10 ਸਾਲ ਬਾਗਬਾਨੀ ਵਿਭਾਗ ਸਾਰਾ ਖਾਲੀ ਪਿਆ ਜੀ। ਖੇਤੀਬਾੜੀ ਵਿਭਾਗ, ਐਗਰੀਕਲਚਰ ਡਿਵੈਲਪਮੈਂਟ ਆਫਿਸਰ, ਹਾਰਟੀਕਲਚਰ ਡਿਵੈਲਪਮੈਂਟ ਆਫਿਸਰ, ਜਿਹੜੀ ਭੂਮੀ ਵਿਕਾਸ ਅਫਸਰ ਨੇ ਜੀ SCO, ਉਹ ਸਾਰੀਆਂ 60% ਪੋਸਟਾਂ ਖਾਲੀ ਪਈਆਂ ਜੀ। ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਐਡਵਰਟਾਈਜ਼ ਕੀਤਾ ਜਾਏ। ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨੀ ਤੇ ਜਵਾਨੀ ਪੰਜਾਬ ਦੀ ਉਹ ਦੋਨੋਂ ਬਚਾਣੀਆਂ ਨੇ, ਤਾਂ ਇੱਥੇ ਕਿਸਾਨੀ ਦਾ ਵੀ ਕੰਮ ਹੈ ਤੇ ਜਵਾਨੀ ਦਾ ਵੀ ਕੰਮ ਹੈ। ਤੇ ਜੇਕਰ ਉਹ ਦੋਨੋਂ ਹੀ ਚੀਜ਼ਾਂ ਨਹੀਂ ਹੋਣਗੀਆਂ, ਕ੍ਰੌਪ ਡਾਇਵਰਸਿਫਿਕੇਸ਼ਨ ਨਹੀਂ ਹੋਊਗੀ, ਚਾਹੇ ਸਰਕਾਰ ਕਹਿੰਦੀ ਹੈ ਕਿ ਬਦਲ ਜ਼ਰੂਰੀ ਹੈ ਕਿ ਝੋਨੇ ਅਤੇ ਕਣਕ ਤੋਂ ਅਸੀਂ ਅੱਕ ਚੁੱਕੇ ਹਾਂ, ਤੇ ਰਿਸਰਚਾਂ ਹੀ ਨਹੀਂ ਹੋਣਗੀਆਂ, ਰਿਸਰਚ ਕਰਨ ਵਾਲੇ ਬੰਦੇ ਹੀ ਨਹੀਂ ਹੋਣਗੇ, ਤਾਂ ਕਿਸ ਤਰ੍ਹਾਂ ਚੱਲੂਗਾ? ਕੋਈ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀਬਾੜੀ ਵਿਭਾਗ ਇਹ ਪੰਜਾਬ ਦੇ ਸਰਮਾਏ ਨੇ। ਇਹ ਬਹੁਤ ਇੰਪੋਰਟੈਂਟ ਚੀਜ਼ਾਂ ਨੇ। 1962 ਦੇ ਵਿੱਚ ਇਹ ਯੂਨੀਵਰਸਿਟੀ ਆਈ ਤੇ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਭ ਤੋਂ ਮੇਨ ਯੋਗਦਾਨ ਇਸ ਯੂਨੀਵਰਸਿਟੀ ਦਾ। ਪਰ ਤਰਾਸਦੀ ਵਾਲੀ ਗੱਲ ਆ ਵੀ ਪਿਛਲੇ 1.5 ਸਾਲ ਤੋਂ ਇਸ ਮਾਂ ਯੂਨੀਵਰਸਿਟੀ ਦਾ ਕੋਈ ਵਾਈਸ ਚਾਂਸਲਰ ਵੀ ਅਪੁਆਇੰਟ ਨਹੀਂ ਕੀਤਾ ਗਿਆ। ਪੱਕੀਆ ਚਾਰਜ ਵਾਈਸ ਚਾਂਸਲਰ ਵੀ ਕੋਈ ਵੀ ਹੈ ਨਹੀਂ ਇੱਥੇ। ਤੁਸੀਂ ਵੇਖ ਸਕਦੇ ਹੋ ਵੀ ਖੇਤੀਬਾੜੀ ਵਿਭਾਗ ਦੀਆਂ ਉੱਧਰੋਂ ਪੋਸਟਾਂ ਖਾਲੀ ਆ, ਇਸ ਯੂਨੀਵਰਸਿਟੀ ਦਾ ਕੋਈ ਵਾਈਸ ਚਾਂਸਲਰ ਅਪੁਆਇੰਟ ਨਹੀਂ ਕੀਤਾ ਗਿਆ। ਤੁਸੀਂ ਆਪ ਹਿਸਾਬ ਲਾ ਲਓ ਵੀ ਤਰਾਸਦੀ ਵਾਲਾ ਮਾਹੌਲ ਹੈ ਜੀ ਇੱਥੇ।
ਹੁਣ ਕਿਸ ਤਰ੍ਹਾਂ ਇਹ ਸੰਘਰਸ਼ ਤੁਸੀਂ ਚਾਲੂ ਕੀਤਾ? ਕਿਸੇ ਸਰਕਾਰੀ ਅਧਿਕਾਰੀ ਦੇ ਨਾਲ, ਕਿਸੇ ਮੰਤਰੀ ਐਮਐਲਏ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ, ਜਾਂ ਕਾਲਜ ਪ੍ਰਸ਼ਾਸਨ ਦੇ ਨਾਲ ਹੀ ਕੋਈ ਗੱਲਬਾਤ ਹੋਈ ਹੋਵੇ? ਪਿਛਲੇ 2 ਸਾਲਾਂ ਤੋਂ ਅਸੀਂ ਮੰਗ ਪੱਤਰ ਦੇ ਰਹੇ। ਇਹ ਸੰਘਰਸ਼ ਵਾਲਾ 2 ਸਾਲਾਂ ਤੋਂ ਬਾਅਦ ਅਸੀਂ ਫਰਸਟ੍ਰੇਟ ਹੋ ਕੇ ਜਦੋਂ ਪੀਕ ਪੁਆਇੰਟ ਆ ਗਿਆ ਉਦੋਂ ਅਸੀਂ ਇਹ ਵਿੱਢਿਆ ਕੰਮ। ਹੁਣ ਅਸੀਂ ਸੰਘਰਸ਼ ਦੇ ਰਾਹ ਤੇ ਜਾਣਾ ਵਾ। ਅਸੀਂ ਇੱਥੇ ਭਗਵੰਤ ਮਾਨ ਸਾਹਿਬ ਆਏ ਸੀ, ਉਹਨਾਂ ਨੇ ਸਾਨੂੰ ਪ੍ਰਿੰਸੀਪਲ ਸਕੱਤਰ ਨਾਲ ਮਿਲਾਇਆ ਜਿਹੜੇ ਵਿਨੂ ਪ੍ਰਸਾਦ ਜੀ ਨੇ। ਉਹਨਾਂ ਨੂੰ ਅਸੀਂ ਮੈਮੋਰੈਂਡਮ ਦਿੱਤਾ ਜੀ। ਉਹਨਾਂ ਨੇ ਸਾਨੂੰ ਆਸ਼ਵਾਸਨ ਦੇਤਾ ਜੀ 15 ਦਿਨਾਂ ਦੇ ਅੰਦਰ ਅਸੀਂ ਕੋਈ ਨਾ ਕੋਈ ਹੀਲਾ ਕਰਾਂਗੇ। ਅਜੇ ਤੱਕ ਨਹੀਂ ਹੋਇਆ ਕੋਈ। ਸਾਨੂੰ ਪਤਾ ਲੱਗਿਆ ਵੀ ਹੀਲਾ ਇਹਨਾਂ ਨੇ ਫਾਈਲ ਕੋਈ ਅੱਗੇ ਜਾ ਵੜੀ ਆ। ਪੀਪੀਐਸਸੀ ਕੋਲੇ 141 ਪੋਸਟਾਂ ਦੀ ਫਾਈਲ ਹੈਗੀ ਆ ਤੇ ਉਹ 5 ਜੁਲਾਈ 10 ਜੁਲਾਈ ਤੱਕ ਐਡਵਰਟਾਈਜ਼ ਹੋ ਜਾਊਗੀ। ਬਟ ਹੋਇਆ ਕੀ ਜੀ, ਫਾਈਲ ਹੈ ਨਹੀਂ ਇੱਥੇ, ਕੁਝ ਵੀ ਨਹੀਂ ਜੀ। ਉਹ ਫਾਈਲ ਹੁਣ ਇਹ ਵੀ ਸੁਣਨ ਨੂੰ ਆਇਆ ਵੀ ਫਾਈਲ ਵਾਪਸ ਜਾ ਵੜੀ ਜੀ। ਅੱਛਾ, ਤਾਂ ਨਾਲ ਇੱਥੇ ਹੋਰ ਵੀ ਬੱਚੇ ਮੌਜੂਦ ਨੇ। ਐਮਐਸਸੀ ਦੀ ਡਿਗਰੀ ਲੈ ਕੇ ਤੁਸੀਂ ਅਜੇ ਇੱਥੇ ਮੌਜੂਦ ਹੋ, ਤੇ ਸਰਕਾਰ ਨੂੰ ਕੀ ਚਾਹੀਦਾ? ਕਿਸ ਤਰ੍ਹਾਂ ਜਵਾਨੀ ਵੀ ਬਚੇ ਤੇ ਕਿਸਾਨੀ ਵੀ ਬਚੇ? ਬਿਲਕੁਲ ਇਹੀ ਇੱਕ ਤਰੀਕਾ ਹੈ ਜੀ ਕਿ ਜਿੰਨੇ ਵੀ ਬੀਐਸਸੀ ਐਗਰੀਕਲਚਰ ਕੀਤੇ ਹੋਏ ਵਿਦਿਆਰਥੀ ਨੇ ਉਹਨਾਂ ਨੂੰ ਉਹਨਾਂ ਦੀਆਂ ਪੋਸਟਾਂ ਤੇ ਲਾਉਣ, ਵੈਕੈਂਸੀਆਂ ਭਰਨ। ਅਸੀਂ ਬਤੌਰ ਖੇਤੀਬਾੜੀ ਮਾਹਰ ਕਿਸਾਨੀ ਨੂੰ ਦੀ ਮਦਦ ਕਰ ਸਕੀਏ, ਕਿਸਾਨੀ ਨੂੰ ਬਚਾ ਸਕੀਏ ਤੇ ਕਿਸਾਨ ਵੀ ਬਚ ਜੇ ਤੇ ਸਾਡੇ ਨੌਜਵਾਨ ਦੀ ਪੜ੍ਹਾਈ ਵੀ ਖੂਹ ਖਾਤਿਆਂ ਦੇ ਵਿੱਚ ਨਾ ਪਵੇ। ਪੰਜਾਬ 'ਚ ਜਦੋਂ ਹੁਣੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਦੋਂ ਕਿਹਾ ਸੀਗਾ ਕਿ ਬੱਚੇ ਜਿਹੜੇ ਬਾਹਰ ਜਾਂਦੇ ਨੇ ਅਸੀਂ ਉਹਨਾਂ ਨੂੰ ਰੋਕਾਂਗੇ। ਜੇਕਰ ਬੱਚਿਆਂ ਨੂੰ ਰਾਹ ਹੀ ਇਹ ਪ੍ਰੋਟੈਸਟ ਦਾ ਫੜਨਾ ਪਊਗਾ ਤਾਂ ਬੱਚੇ ਬਾਹਰ ਜਾਣਗੇ, ਤਾਂ ਇੱਥੇ ਕਿਸ ਤਰ੍ਹਾਂ ਕੌਣ ਰਹੂਗਾ? ਬਿਲਕੁਲ ਸਹੀ ਗੱਲ ਹੈ ਜੀ। ਬਾਹਰਲੇ ਤਾਂ ਪਤਾ ਨਹੀਂ ਆਉਣਗੇ ਕਿ ਨਹੀਂ ਆਉਣਗੇ, ਪਰ ਮੈਨੂੰ ਲੱਗਦਾ ਜੇ ਇੱਥੋਂ ਵਾਲੇ ਰੁਕ ਜਾਣ ਇੱਥੇ ਤਾਂ ਚੰਗੀ ਗੱਲ ਆ, ਕਿਉਂਕਿ ਅਸੀਂ ਵੀ ਇੱਥੇ ਭੁੱਖੇ ਨਹੀਂ ਮਰਨਾ। ਸਭ ਤੋਂ ਮਹਿੰਗੀ ਯੂਨੀਵਰਸਿਟੀ ਹੈ ਇਹ, ਲੱਖਾਂ ਰੁਪਈਆ ਲਾ ਕੇ ਤੇ ਫਿਰ ਵੀ ਜੇ ਸਾਨੂੰ ਜੌਬ ਨਹੀਂ ਮਿਲਦੀ ਤੇ ਫਿਰ ਅਸੀਂ ਭੁੱਖੇ ਨਹੀਂ ਮਰਾਂਗੇ। ਅਸੀਂ ਵੀ ਆਪਦਾ ਢਿੱਡ ਭਰਨ ਨੂੰ, ਰੋਜੀ ਰੋਟੀ ਕਮਾਉਣ ਨੂੰ ਸ਼ਾਇਦ ਬਾਹਰ ਹੀ ਜਾਣਾ ਪਵੇ। ਬਿਲਕੁਲ। ਤਾਂ ਇੱਥੇ ਸਬਜ਼ੀਆਂ ਦੇ ਰੇਟ ਵੀ ਇਹਨਾਂ ਨੇ ਲਾਏ ਹੋਏ ਨੇ, ਤਾਂ ਇਹ ਵੀ ਇੱਥੇ ਗੱਲਬਾਤ ਕਰਾਂਗੇ। ਬਾਈ ਜੀ, ਸਬਜ਼ੀਆਂ ਦੇ ਰੇਟ ਇੱਥੇ ਤੁਹਾਨੂੰ ਡਿਗਰੀ ਹੱਥ 'ਚ ਤੁਹਾਡੇ ਹੋਣੀ ਚਾਹੀਦੀ ਹੈ ਤੇ ਤੁਸੀਂ ਸਬਜ਼ੀਆਂ ਦੇ ਰੇਟ ਦੇ ਇੱਥੇ ਚੱਕੀ ਫਿਰਦੇ ਹੋ ਹੱਥ 'ਚ। ਭਾਈ ਜੀ ਕੀ ਕਰੀਏ, ਹੁਣ ਸਰਕਾਰ ਨੇ ਇਹਨਾਂ ਹਾਲਾਤਾਂ ਤੱਕ ਪਹੁੰਚਾ ਦਿੱਤਾ। ਇਹ ਬਿਲਕੁਲ ਵੀ ਉਮੀਦ ਨਹੀਂ ਸੀ, ਕਿਉਂਕਿ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਈ ਪੰਜਾਬ ਦੇ ਵਿੱਚ ਬਹੁਤ ਵਾਅਦੇ ਕੀਤੇ ਗਏ ਸੀਗੇ ਕਿ ਖੇਤੀਬਾੜੀ ਮਾਸਟਰ ਰੱਖਾਂਗੇ, ਬੀਐਸਸੀ ਐਮਐਸਸੀ ਕਰ ਰਹੇ ਵਿਦਿਆਰਥੀਆਂ ਨੂੰ। ਬਟ ਉਸ ਤੋਂ ਬਾਅਦ ਨਿਰਾਸ਼ਾ ਹੀ ਹੱਥ ਲੱਗੀ ਹੈ। ਬਟ ਕੋਈ ਵੀ ਵੈਕੈਂਸੀ ਨਹੀਂ ਆਈ। ਜਿਵੇਂ ਕਿ ਬਾਗਬਾਨੀ ਵਿਭਾਗ ਦੇ ਵਿੱਚ 10 ਸਾਲ ਤੋਂ ਕੋਈ ਪੱਕੀ ਵੈਕੈਂਸੀ ਨਹੀਂ ਆਈ। ਇਵੇਂ ਖੇਤੀਬਾੜੀ ਵਿਕਾਸ ਅਫਸਰਾਂ ਦੀ ਜਿਹੜੀ ਜੌਬ ਹੈ ਉਹਦੇ ਵਾਸਤੇ ਵੀ ਕੋਈ 1.5-2 ਸਾਲ ਤੋਂ ਕੋਈ ਵੈਕੈਂਸੀ ਨਹੀਂ ਆ ਰਹੀ। ਤੇ ਜਿੰਨੇ ਵੀ ਹੁਣ ਸਟੂਡੈਂਟ ਪਾਸ ਆਊਟ ਆ, ਐਮਐਸਸੀ ਪੀਐਚਡੀ ਕਰ ਚੁੱਕੇ ਨੇ ਜਿਹੜੇ, ਉਹ ਸਾਰੇ ਵਿਹਲੇ ਤੁਰੇ ਫਿਰਦੇ ਨੇ। ਹੁਣ ਕਈ ਬਾਹਰ ਜਾ ਰਹੇ ਨੇ, ਫਿਰ ਇਹ ਕਹਿੰਦੇ ਕਿ ਬਾਹਰੋਂ ਅਸੀਂ ਬਾਹਰ ਤੋਂ ਪੰਜਾਬ ਵਾਪਸ ਮੰਗਵਾਉਣੇ ਨੇ ਸਟੂਡੈਂਟ। ਬਟ ਮੈਨੂੰ ਤਾਂ ਲੱਗਦਾ ਜਿਹੜੇ ਇੱਥੇ ਰਹਿ ਗਏ ਨੇ ਉਹ ਵੀ ਹੌਲੀ ਹੌਲੀ ਬਾਹਰ ਹੀ ਜਾਣਗੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਇੱਥੇ ਮਜਬੂਰ ਨੇ ਸਬਜ਼ੀਆਂ ਵੇਚਣ ਤੇ, ਜਿੱਥੇ ਇਹਨਾਂ ਦੇ ਹੱਥ ਦੇ ਵਿੱਚ ਰਿਸਰਚ ਦੇ ਟੂਲਸ ਹੋਣੇ ਚਾਹੀਦੇ ਆ, ਲੈਬ ਦਾ ਸਮਾਨ ਹੋਣਾ ਚਾਹੀਦਾ, ਇਹ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਸਬਜ਼ੀ ਵੇਚਣ ਤੇ ਮਜਬੂਰ ਹੋਏ ਨੇ। ਤਾਂ ਸਰਕਾਰ ਨੂੰ ਮੰਗ ਕਰਦੇ ਨੇ ਕਿ ਜਲਦੀ ਤੋਂ ਜਲਦੀ ਜਿਹੜੀਆਂ ਖਾਲੀ ਅਸਾਮੀਆਂ ਨੇ ਉਹ ਭਰੀਆਂ ਜਾਣ ਤਾਂ ਕਿ ਇੱਥੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ। ਤਾਂ ਵਧੇਰੇ ਅਪਡੇਟਸ ਸਾਡੇ ਨਾਲ ਜੁੜੇ ਰਹੋ। ਕੈਮਰਾਮੈਨ ਸਤਾਨੂੰ ਦੇ ਨਾਲ ਸਰਮਜੀਤ ਸਿੰਘ ਪੱਲਾ, ਲੁਧਿਆਣਾ।